Hello students, today we are going to start our next topic that is financial and non-financial incentive. ਹੁਣ ਦੇਖੋ ਆਪਣੇ ਕੋਲ ਇਨਸੈਂਟਿਵ ਕੀ ਹੁੰਦਾ ਇਨ ਫॉर्म ਆਫ ਮਨੀ, ਠੀਕ ਹੈ। ਨॉन ਫਾਈਨੈਂਸ਼ੀਅਲ ਆਪਣੇ ਕੋਲੇ ਕਿ ਆਪਾਂ ਬਿਨਾਂ ਪੈਸੇ ਤੋਂ ਉਹਨਾਂ ਦੀ ਹੈਲਪ ਕਰਨੀ। ਤਾਂ ਫਸਟਲੀ ਆਪਣੇ ਕੋਲੇ ਕੀ ਹੈ ਫਾਈਨੈਂਸ਼ੀਅਲ ਇਨਸੈਂਟਿਵ। ਫਾਈਨੈਂਸ਼ੀਅਲ ਕਿਹੜੇ ਹੁੰਦੇ ਆ, ਪੈਸੇ ਨਾਲ ਰਿਲੇਟਡ ਜਿਹੜੀ ਆਪਾਂ ਨੂੰ ਕੋਈ ਵੀ ਤਰ੍ਹਾਂ ਦੇ ਬੈਨੀਫਿਟਸ ਮਿਲਦੇ ਆ ਉਹਨੂੰ ਬੋਲਦੇ ਆ। ਹੁਣ ਦੇਖੋ ਫਾਈਨੈਂਸ਼ੀਅਲ ਇਨਸੈਂਟਿਵ ਕਿਹੜੇ ਹੁੰਦੇ ਆ, ਉਹ ਰੈਫਰਸ ਆਪਣੇ ਕਰਦੇ ਆ ਮੋਨੇਟਰੀ ਬੈਨੀਫਿਟ ਇੱਕ ਆਰਗੇਨਾਈਜੇਸ਼ਨ ਨੂੰ, ਜਿਹੜੇ ਕੀ ਕਰਦੇ ਆ ਇੱਕ ਇੰਪਲੋਏ ਨੂੰ ਇਨਕਰੇਜ ਕਰਦੇ ਆ, ਉਹਨੂੰ ਵਧਾਉਣ ਦੇ ਵਿੱਚ ਹੈਲਪ ਕਰਦੇ ਆ ਕਿ ਕਿਸ ਤਰੀਕੇ ਨਾਲ ਉਹਨੂੰ ਮੋਟੀਵੇਟ ਕਰ ਸਕੀਏ। ਤਾਂ ਫਾਈਨੈਂਸ਼ੀਅਲ ਇਨਸੈਂਟਿਵ ਮੋਟੀਵੇਟ ਐਕਸ਼ਨ ਵਿਚ ਅਦਰਵਾਈਜ਼ not occur without the monetary benefits, ਅਦਰਵਾਈਜ਼ ਇਹ ਅਕਰ ਹੀ ਨਹੀਂ ਹੁੰਦੇ। ਸੋ ਅੱਜ ਆਪਾਂ ਗੱਲ ਮਤਲਬ ਅਗਰ ਆਪਾਂ ਐਟ ਪ੍ਰੈਜ਼ੈਂਟ ਗੱਲ ਕਰੀਏ, ਹਰ ਇੱਕ ਪਰਸਨ ਦੀਆਂ ਜੋ ਡਿਮਾਂਡ ਹੈ, ਜੋ ਨੀਡਸ ਹੈ, ਉਹ ਬਹੁਤ ਜ਼ਿਆਦਾ ਅਨਲਿਮਿਟਡ ਹੈ, ਅਨਪ੍ਰੈਡਿਕਟੇਬਲ ਹੈ। ਤਾਂ ਇੱਕ ਖਤਮ ਹੋਣ ਤੋਂ ਬਾਅਦ ਸੈਕਿੰਡ ਸਟਾਰਟ ਹੋ ਜਾਂਦੀ ਹੈ, ਸੈਕਿੰਡ ਤੋਂ ਬਾਅਦ ਐਂਡ ਥਰਡ, ਤਾਂ ਉਹ ਕਹਿੰਦੇ ਆਪਣੇ ਕੋਲ ਅਨਪ੍ਰੈਡਿਕਟੇਬਲ ਹੈ। ਸੋ ਆਪਣੇ ਕੋਲ ਕੀ ਹੈ today's socio-economic condition money become a very important part of our lives। ਜਿੱਥੇ ਆਪਾਂ ਰਹਿ ਰਹੇ ਉਹਦੇ ਲਈ ਆਪਣੀ ਬਹੁਤ ਜ਼ਰੂਰੀ ਹੈ। we need money to satisfy almost all our need। ਆਪਣੀਆਂ ਹਰ ਇੱਕ ਨੀਡਸ ਨੂੰ ਪੂਰਾ ਕਰਨ ਦੇ ਲਈ ਆਪਾਂ ਨੂੰ ਮਨੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਇਹਦੀ ਪਰਚੇਜ਼ਿੰਗ ਪਾਵਰ ਵਗੈਰਾ ਕਰਨ ਦੇ ਲਈ ਕੋਈ ਚੀਜ਼ਾਂ ਆਪਾਂ ਖਰੀਦਣੀਆਂ, ਉਹ ਸਾਰੀਆਂ ਮਨੀ ਆਪਣਾ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ। ਅਗਰ ਮਨੀ ਹੈ, ਮਨੀ ਨਾਲ ਹੀ ਆਪਣਾ ਕਹਿੰਦੇ ਇੱਕ ਸਟੇਟਸ ਬਣਦਾ ਵਾ, ਇੱਕ ਆਪਾਂ ਨੂੰ ਰਿਸਪੈਕਟ, ਇੱਕ ਪਾਵਰ ਹੁੰਦੀ ਹੈ। ਬੇਸ਼ੱਕ ਆਪਾਂ ਕਹਿੰਦੇ ਹਾਂ ਕਿ ਹਾਂ ਬਿਨਾਂ ਪੈਸੇ ਤੋਂ ਵੀ ਆਪਣੀ ਬਹੁਤ ਵਧੀਆ ਤਰੀਕੇ ਨਾਲ ਆਪਾਂ ਰਹਿ ਸਕਦੇ ਹਾਂ, ਬਟ ਕਿਤੇ ਨਾ ਕਿਤੇ ਐਟ ਪ੍ਰੈਜ਼ੈਂਟ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਮਨੀ ਉਹ ਕਹਿੰਦੇ ਆਪਣੇ ਕੋਲ ਇੱਕ ਸਟੇਟਸ ਹੈ, ਰਿਸਪੈਕਟ ਹੈ, ਪਾਵਰ ਹੈ, ਜੋ ਆਪਾਂ ਨੂੰ ਹੈਲਪ ਕਰਦੀ ਹੈ ਸੁਸਾਇਟੀ ਦੇ ਵਿੱਚ ਜਿਹੜੀਆਂ ਆਪਣੀਆਂ ਨੀਡਸ ਹੈ ਉਹਨੂੰ ਪੂਰਾ ਕਰ ਸਕੀਏ। ਤਾਂ ਫਾਈਨੈਂਸ਼ੀਅਲ ਉਹ ਕਹਿੰਦੇ ਆਪਣੇ ਕੋਲ ਇਨਸੈਂਟਿਵ ਕਿਹੜੇ ਹੁੰਦੇ ਨੇ, ਮੋਨੇਟਰੀ ਫਾਰਮ, ਮਨੀ ਦੀ ਫਾਰਮ ਦੇ ਵਿੱਚ ਹੁੰਦੇ ਨੇ। ਸਮ ਟਾਈਮ ਦੇ ਆਰ ਅਵਾਰਡਡ ਆ ਬੋਨਸ, ਕਈ ਵਾਰ ਆਪਾਂ ਐਜ਼ ਆ ਬੋਨਸ ਦੀ ਫਾਰਮ 'ਚ ਲੈਂਦੇ ਹਾਂ ਬਿਕੋਜ਼ ਆਫ ਪ੍ਰੋਫਿਟ ਦੇ ਅਰਨਡ ਆਫ ਦਾ ਫੋਰ ਦਾ ਆਰਗੇਨਾਈਜੇਸ਼ਨ, ਕਿਉਂਕਿ ਜਿਹੜੇ ਪ੍ਰੋਫਿਟ ਆਪਾਂ ਕਿਹਦੇ ਲਈ ਅਰਨ ਕੀਤੇ ਜਾਂਦੇ ਆ, ਇੱਕ ਆਰਗੇਨਾਈਜੇਸ਼ਨ ਦੇ ਲਈ, ਠੀਕ ਹੈ। ਸਮ ਟਾਈਮ ਉਹ ਕਹਿੰਦੇ ਦੇ ਆਰ ਗਿਵ ਅ ਕਮਿਸ਼ਨ ਔਨ ਐਵਰੀ ਸੇਲ ਦੈਟ ਦੇ ਮੇਕ। ਹੁਣ ਆਹ ਵਾਲਾ ਵਰਡ ਬਹੁਤ ਇੰਪੋਰਟੈਂਟ ਹੈ, ਕਮਿਸ਼ਨ ਵਾਲਾ। ਕਮਿਸ਼ਨ ਆਪਾਂ ਨੂੰ ਕਿੱਦਾਂ ਬੋਲਿਆ ਗਿਆ, ਕਮਿਸ਼ਨ ਇਹ ਹੁੰਦੀ ਹੈ ਕਿ ਜਿੰਨੀ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਮੰਨ ਲਓ ਆਪਣੇ ਕੋਲੇ ਆਪਾਂ 5 ਪਰਸਨ ਸੇਲਜ਼ਮੈਨ ਵਾਲੇ ਆ, ਉਹਨਾਂ ਨੂੰ ਆਪਾਂ ਇਹ ਬੋਲਤਾ ਕਿ ਅਗਰ ਤੁਸੀਂ ਜਿੰਨੀਆਂ ਸੇਲਸ ਵਧਾਓਗੇ, ਠੀਕ ਹੈ, ਜਿੰਨੀ ਸੇਲ ਹੋਊਗੀ ਉਹਦਾ ਜਿੰਨਾ ਪ੍ਰੋਫਿਟ ਹੋਊਗਾ ਉਹ ਐਜ਼ ਆ ਕਮਿਸ਼ਨ ਦੀ ਫਾਰਮ 'ਚ ਤੁਹਾਨੂੰ ਕੁਛ ਨਾ ਕੁਛ ਉਹਦਾ ਮਿਲੂਗਾ। ਜਿਵੇਂ ਆਪਾਂ ਕਹਿ ਦਈਏ ਉਹਦਾ 20%, ਉਹਦਾ 15%, ਉਹਦਾ 25%, ਇੰਨਾ ਪਰਸੈਂਟ ਉਹ ਕਹਿੰਦੇ ਤੁਹਾਨੂੰ ਮਿਲੂਗਾ ਐਜ਼ ਆ ਕਮਿਸ਼ਨ। ਤਾਂ ਹਰ ਕੋਈ ਪਰਸਨ ਜ਼ਿਆਦਾ ਤੋਂ ਜ਼ਿਆਦਾ ਸੇਲ ਕਰਨ ਦੀ ਕੋਸ਼ਿਸ਼ ਕਰਦਾ ਵਾ, ਐਫਰਟਸ ਜ਼ਿਆਦਾ ਕਰਦਾ ਵਾ। ਤਾਂ ਫਸਟ ਆਪਣੇ ਕੋਲੇ ਕੀ ਹੈ ਫਾਈਨੈਂਸ਼ੀਅਲ ਇਨਸੈਂਟਿਵ ਦੇ ਵਿੱਚ ਵੇਜ ਇਨਸੈਂਟਿਵ। ਵੇਜ ਮੀਨਸ ਸੈਲਰੀ, ਉਹਨਾਂ ਨੂੰ ਆਪਾਂ ਸੈਲਰੀ ਵਗੈਰਾ ਪ੍ਰੋਵਾਈਡ ਕਰਨੀ ਹੈ। ਮਨੀ ਪੇ ਟੂ ਇੰਪਲੋਈ ਇਨ ਰਿਟਰਨ ਦੇਅਰ ਸਰਵਿਸਿਜ਼। ਜਿੱਦਾਂ ਹੁਣ ਕੋਈ ਵੀ ਪਰਸਨ ਹੈ, ਅਗਰ ਆਪਾਂ ਨੂੰ ਕੋਈ ਵੀ ਪਰਸਨ, ਅਗਰ ਹੁਣ ਦੇਖੋ ਆਪਾਂ ਡਾਕਟਰ ਕੋਲ ਜਾਂਦੇ ਹਾਂ, ਠੀਕ ਹੈ, ਟਰੀਟਮੈਂਟ ਕਰਵਾਉਣ, ਤਾਂ ਡਾਕਟਰ ਆਪਾਂ ਨੂੰ ਸਰਵਿਸਿਜ਼ ਦਿੰਦਾ ਵਾ, ਉਹ ਟਰੀਟ ਕਰਦਾ, ਉਹਦੇ ਬਦਲੇ ਆਪਾਂ ਨੂੰ ਕੀ ਕਰਦੇ ਹਾਂ, ਪੇ। ਲਾਈਕਵਾਈਜ਼ ਆਪਾਂ ਉੱਦਾਂ ਹੀ ਉਹ ਕਹਿੰਦੇ ਜਦੋਂ ਆਪਾਂ ਵਰਕਰਸ ਤੋਂ ਕੰਮ ਕਰਵਾਉਂਦੇ ਹਾਂ ਉਹਨਾਂ ਨੂੰ ਆਪਾਂ ਸਰਵਿਸਿਜ਼ ਦੇ ਬਦਲੇ ਕੀ ਪ੍ਰੋਵਾਈਡ ਕਰਨਾ ਵਾ, ਮਨੀ ਪ੍ਰੋਵਾਈਡ ਕਰਨੀ ਹੈ। ਲਾਈਕ ਆਪਣੇ ਕੋਲੇ ਪੇ, ਡੀਅਰਨੈਂਸ ਅਲਾਊਂਸੈਂਸ, ਹਾਊਸ ਰੈਂਟ ਅਲਾਊਂਸੈਂਸ, ਇਹ ਸਾਰੇ ਦਿਸ ਟਾਈਪ ਆਫ ਇਨਸੈਂਟਿਵ ਵਰਕ ਬਾਈ ਇਨਕਰੀਜ਼ਿੰਗ ਬੇਸਿਕ ਸੈਲਰੀ ਆਫ ਇੰਪਲੋਏ ਔਰ ਇਨਕਰੀਜ਼ਿੰਗ ਅਲਾਊਂਸੈਂਸ ਵੈਨ ਦੇ ਐਫਰਟਸ ਹੈਲਪ ਆਰਗੇਨਾਈਜੇਸ਼ਨ ਟੂ ਜਨਰੇਟ ਮੋਰ ਪ੍ਰੋਫਿਟ। ਅਗਰ ਆਰਗੇਨਾਈਜੇਸ਼ਨ ਦੇ ਵਿੱਚ ਉਹਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਪ੍ਰੋਫਿਟ ਹੋ ਰਿਹਾ ਵਾ, ਠੀਕ ਹੈ, ਤਾਂ ਉਹਨੂੰ ਆਪਾਂ ਵੱਧ ਤਰੀਕੇ ਨਾਲ ਇਨਸੈਂਟਿਵ, ਅਲਾਊਂਸੈਂਸ, ਇਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਦੇ ਹਾਂ। ਨੈਕਸਟ ਆਪਣੇ ਕੋਲ ਕੀ ਹੈ ਪ੍ਰੋਡਕਟੀਵਿਟੀ ਲਿੰਕ ਵੇਜ ਇਨਸੈਂਟਿਵ। ਪ੍ਰੋਡਕਟੀਵਿਟੀ ਹਮੇਸ਼ਾ ਕਿਹਦੇ ਨਾਲ ਆਪਣੀ ਲਿੰਕ ਕਰਦੀ ਹੈ, ਵੇਜ ਇਨਸੈਂਟਿਵ ਨਾਲ। ਜੋ ਚੀਜ਼ਾਂ ਆਪਾਂ ਪ੍ਰੋਡਿਊਸ ਕਰ ਰਹੇ ਹਾਂ ਉਹ ਹਮੇਸ਼ਾ ਆਪਣੀ ਲਿੰਕ ਕਿਹਦੇ ਨਾਲ ਹੈ, ਇੱਕ ਵੇਜਿਸ ਦੇ ਨਾਲ। ਹੁਣ ਇਹਦੇ ਅੰਡਰ ਆਪਣੇ ਕੋਲ ਇੰਪਲੋਈਜ਼ ਆਰ ਪੇ ਇਨਸੈਂਟਿਵ ਇਨ ਐਡੀਸ਼ਨ ਟੂ ਫਿਕਸਡ ਵੇਜ ਅਕੋਰਡਿੰਗ ਟੂ ਦੇਅਰ ਪਰਫੋਰਮੈਂਸ ਐਜ਼ ਕੰਪਨੀ, ਜੋ ਕੰਪੇਅਰ ਟੂ ਅਦਰ ਆਪਾਂ ਪ੍ਰੀ ਡਿਟਰਮਾਈਨ ਪੈਰਾਮੀਟਰਸ ਦੀ ਗੱਲ ਕਰੀਏ। ਹੁਣ ਜਿੱਦਾਂ ਫੋਰ ਐਗਜ਼ਾਮਪਲ ਆਪਣੇ ਕੋਲੇ ਕਹਿੰਦੇ ਮੈਨੇਜਮੈਂਟ ਨੇ ਆਪਣਾ ਡਿਸਾਈਡ ਕੀਤਾ ਟੂ ਗਿਵ ਇਨਸੈਂਟਿਵ ਟੂ ਵਰਕਰਸ ਹੂ ਪ੍ਰੋਡਿਊਸ ਮੋਰ ਦੈਨ 100 ਪੀਸਿਸ। ਜਿਹੜੇ 100 ਤੋਂ ਵੱਧ ਇੱਕ ਦਿਨ ਦੇ ਵਿੱਚ, ਪਰ ਡੇ ਦੇ ਵਿੱਚ ਵੱਧ ਬਣਾਉਣਗੇ, ਉਹਨਾਂ ਨੂੰ ਆਪਾਂ ਕਿੰਨੇ ਦੇ ਹਿਸਾਬ ਨਾਲ ਦੇਣਾ ਵਾ, 10 ਦੇ। ਵੈਨ ਵਰਕਰ ਪ੍ਰੋਡਿਊਸ 105, ਉਹਨੂੰ 105 ਹੀ ਗੈਟ ਇਨਸੈਂਟਿਵ, ਐਕਸਟਰਾ ਕਿੰਨੇ ਉਹਨੂੰ ਮਿਲ ਰਹੇ ਹੈ, 50।
ਤਾਂ ਇਹ ਸਾਰੇ ਉਹ ਕਹਿੰਦੇ ਆਪਣੇ ਕੋਲੇ ਕਾफ़ी ज़्यादा लिंक हमेशा किहदे नाल करदा अपना वेज सिस्टम नाल। नैक्सट प्रॉफिट शेयरिंग। प्रॉफिट शेयरिंग अपना बहुत इंपॉर्टेंट ये पॉइंट है। प्रॉफिट शेयरिंग दे विच ये कहा गया वर्करस नूं कि जिन्ना अगर तुसी वध तो वध एफर्ट्स करोगे तुहाडे एफर्ट्स दे नाल तुहाडी मतलब हैल्प दे नाल ऑर्गेनाइजेशन नूं ज़्यादा बेनीफिट हो रहा तो जिहड़ा उहदा प्रॉफिट होगा वो तुहाडे सारिਆਂ ਦੇ ਵਿੱਚ ਵੰਡਿਆ जाऊगा। तो ये नाल वर्करस की करते हैं ज़्यादा काम करते हैं। अगर वर्कर नूं पता है कि साडी जिन्नी पे है जिन्नी सैलरी है जो उन्होंने आप देना उन्ना की मिलूगा, चाहे वो एफर्ट्स वध करे चाहे वो घट करे, ठीक है, जिन्ने मर्जी करे, तो फिर उहदे केस दे विच वो घट एफर्ट्स करदा। बट ये की है प्रॉफिट शेयरिंग अपना एक एवें दा इंसेंटिव है मैथड इन विच इंप्लॉई इन एडिशन टू बेसिक सैलरी आर गिवन टू सर्टन परसेंटेज ऑफ द टोटल प्रॉफिट। जिहड़ा सारा टोटल प्रॉफिट होया उहदे विच एक आपां परसेंटेज देनी है ऑर्गेनाइजेशन। प्रॉफिट वो कहते शेयरिंग एक अपना स्मार्ट मैथड है ताकि आप आपदे प्रॉफिट्स नूं वधा सकीए जिहदे नाल ऑर्गेनाइजेशन दे विच वध तो वध प्रॉफिट जनरेट हुंदी है। फिर अपने को की है स्टॉक ऑप्शन और को पार्टनरशिप। स्टॉक आप कट्ठे की गल करते हैं, को पार्टनरशिप जोड़े कट्ठे मिल के काम करते हैं। इहदे विच अपने को की है द इंप्लॉई इज़ ऑफर्ड द ऑर्डनरी शेयर ऑफ कंपनी एट अ प्राइस लोअर दैन इट्स मार्केट प्राइस फॉर स्पैसीफाइड पीरियड ऑफ टाइम। कुछ समय लई अपने को ऑर्गेनाइजेशन की करती है जो मार्केट दे विच रेट चल रहा उदों थोड़ा घटा के लगा देती है जिहदे नाल आपां नूं काफ़ी ज़्यादा ईजी हो जाता, ठीक है। तो ये सारा किहदे लई करदी है, दीज आर जनरली ऑफर टू मैनेजमेंट एज अ पार्ट ऑफ देयर मैनेजीरियल कंपनसेशन पैकेज। उन्होंने एज अ मैनेजीरियल हुंदा वा काम करन दी एबिलिटीज़ उहदे विच दिता जांदा जिहदे नाल दिस हैल्प कंपनी टू जनरेट मोर प्रॉफिट। तो कंपनी इहदे नाल अपनी वध तो वध प्रॉफिट्स अर्न कर सकती है। नैक्सट की है बोनस। बोनस अपना की एक मॉनेटरी मनी की फॉर्म दे विच हुंदा वा। इहदे विच इंप्लॉइज़ नूं ओवर एंड अबव देयर सैलरी और वेजी ज़्यादा रिवॉर्ड फॉर देयर गुड परफॉर्मेंस। उन्होंने वधिया परफॉर्मेंस के लिए उन्होंने आपां की प्रोवाइड करते हैं, बोनस दिंदे हैं। बोनस एक एवें दी पेमेंट हुंदी है इंप्लॉयर मेक्स टू इंप्लॉई। किहनूं दिंदा वा, इंप्लॉई नूं दिंदा। कौन प्रोवाइड करता, इंप्लॉयर। इंप्लॉयर कौन हुंदा, ऑर्गेनाइजेशन दा ऑनर। उन्हें एक हट के अलग तो अगर वो वधिया काम कर रहा तो देना वा। जिद्दां अपने को की है बोनस गिवन टू इंप्लॉय आफ्टर अ फिक्सड पीरियड सच एज जां तां उन्होंने मंथली देना जां क्वार्टरली 3 मंथ बाद देना, हाफ ईयरली देना और एनुअली। इंप्लॉइज़ रिसीव एक्सट्रा कैश अलग करते हैं जिहदे नाल उन्होंने काफ़ी ज़्यादा प्रॉफिट होंदा। लाइक किहड़े फैस्ट बोनस किदों दिता जाता, कई कंपनीज़ दिवाली के उपर दिंदे ने अलग बोनस, न्यू ईयर ते, या कई हुण अलग तरीके नाल आपां देखदे हां कोई लोहड़ी ते दे दिंदा वा या अपने होर फैसटिवल्स आंदे आ उन्हां दे उपर, ठीक है। नैक्सट रिटायरमेंट बेनीफिट। रिटायरमेंट जो कंपनी छोड़ के जा रहा वा तो रिटायरमेंट बेनीफिट्स आर द बेनीफिट गिवन टू इंप्लॉइज़ एट द टाइम ऑफ देयर रिटायरमेंट। जिदा एग्जाम्पल रिटायरमेंट दी लाइक ग्रैचुटी, प्रोविडेंट फंड, ये सारिया चीज़ां, ठीक है। ये सारे बेनीफिट्स होंदे ने जिहड़े एक ऑर्गेनाइजेशन नूं वध तो वध उन्हां दी हेल्प करदे ने वध तो वध प्रॉफिट्स अर्न करन दे विच। फिर डीएनएस अलाउंसेंस किहड़े हुंदे ने, डीएनएस अलाउंसेंस अपने कैवें दे अलाउंसेंस हुंदे ने जो एक बेसिक सैलरी दे नाल उन्हां नूं प्रोवाइड कीते जांदे ने अगेंस्ट इन्फ्लेशन, ठीक है। ये अपना बहुत इंपॉर्टेंट पार्ट हुंदा लाइक वेजिस और सैलरीज कुछ डिफरेंट आप उन्हां नूं प्रोवाइड करना जिहदे नाल उन्हां दा की मेनटेन हो सके स्टैंडर्ड ऑफ लिविंग। नैक्सट उन्होंने आप की प्रोवाइड करना कमीशन। कमीशन उन्होंने आप जिहदा वर्कर्स ज़्यादा एफर्ट्स करूगा सेल इंप्लॉय देखिए आपां किहनूं दिता जांदा है, सेल इंप्लॉय नूं। सेल जिहड़ा वध तो वध करूगा उन्होंने एज आप कुछ कमीशन देवांगे क्योंकि उन्हें सैलिंग्स यूनिट नूं सैलिंग्स करन दे विच अपनी ज़्यादा हेल्प की, ज़्यादा एक्सट्रा एफर्ट्स किए है। फिर फ्रिंज बेनीफिट और प्री रिक्विजिट्स। बेनीफिट्स तो पता आपां नूं लाभ मिलते हैं बट एक्सट्रा मिलते हैं जिद्दां वो कहते रीक्रिएशनल हुंदा एक्सट्रा फैसिलिटी किसी भी तरीके की इंजॉयमेंट की, कार वगैरह आप उन्होंने दे रहे हैं, उन्होंने फ्री बच्चों की एजुकेशन दे रहे हैं, ठीक है। ये सारिया की है एक्सट्रा बेनीफिट है। नैक्सट हम अपने ये तो सी आप मनी की फॉर्म च उन्होंने किसी ना किसी फॉर्म च हेल्प करते हैं, कमीशन दिन्ने उन्होंने बोनस दिन्ने हैं, ठीक है। रिटायरमेंट बेनीफिट मिलते हैं सीधा वेज नाल रिलेटेड है। बट हुण अपने कोल किहड़े आउंदे ने नॉन मॉनेटरी। नॉन मॉनेटरी बस बिना मनी नहीं ये आती गी पर हैल्प उन्होंने आप फिर भी करते हैं।
देखो कहते अपने को किहड़ी आंदियां वा जिन्होंने आप मनी की टर्म च मैजर नहीं करते गे। दीज इंसेंटिव सैटिस्फाई द हायर लैवल नीड्स किहड़ियां एस्टीम, सब तो जरूरी अपनी एस्टीम है, सैल्फ फुलफिलमेंट, एडवांसमेंट मतलब ईगो नूं लैके अपन ये सारिया चीज़ां कहते अपन बिना मनी तो होंदियां वा। लाइक वो कहते आप परसन नूं ज़्यादा उन्होंने स्टेटस नूं इनक्रीज़ करने दे रैकोगनाइजेशन च करना, एप्रीसीएशन च, एपरचुनिटीज़ किहड़ियां चैलेंजिंग, जॉब चैलेंजिंग, ये सारियां। टाइप्स ऑफ नॉन फाइनैंशियल टाइप्स अपने को की है जॉब सिक्योरिटी। सब तो पहले आप वर्कर नूं ये सिक्योर कराने कि उहदी जिहड़ी जॉब जिथे वो काम कर रहा वा वो बिल्कुल सिक्योर है। द वर्कर हु इज़ अंडर कॉन्सटेंट फीयर ऑफ लॉस ऑफ जॉब ऑलवेज हैज़ अ लॉस मोरल, इट डज एडवर्सली इफेक्ट हिज प्रोडक्टिविटी। ये तो नैगेटिव इंपैक्ट पैंदा वा। इट हैज़ बीन ऑब्जर्व दैट वर्कर हु इंजॉय जॉब सिक्योरिटी हैव हाई प्रोडक्टिविटी दैन दोज हु रन द रिस्क ऑफ रिट्रेंचमेंट। कहते जो उन्होंने मतलब पिछे लैके जाने का वो डर होंदा वो ये खत्म कर देंगे है। फिर मोर अथॉरिटी एंड ऑटोनोमी, ऑटोनोमी होंदा फ्रीडम, फ्रीडम आज़ादी। द इंप्लॉइज़ कैन बी गिवन मोर अथॉरिटी एंड ऑटोनोमी रिगार्डिंग देयर फंक्शनस, जिहदे नाल आपां उहनां दी रिस्पोंसिबिलिटीज़ ज़्यादा कर सकते हैं। विद दिस दे गैट मोटिवेटेड एंड वर्क एफिशिएंटली। नैक्सट पॉसिबिलिटी फॉर प्रमोशन, ज़्यादा चांसिस की होंगे ने प्रमोशन दे कि वर्कर नूं आपां टाइम टू टाइम प्रमोट करते रहना। कहते फ्रॉम टाइम टू टाइम उन्होंने नॉन फाइनैंशियल, ठीक है। इंप्लॉइज़ आर मोटिवेटेड टू वर्क विद हाई लैवल ऑफ एफिशिएंसी। फिर उन्होंने आप की प्रोवाइड करनी प्रॉपर गाइडेंस, गाइडेंस बहुत जरूरी है। ये गाइडेंस अगर टाइम टाइम देवांगे तो वर्कर प्रॉपरली रन कर सकते अपना जो भी काम है। नैक्सट देखो ओल्ड एज पेनशन, हुण जो परसन रिटायर होंदा ठीक है उदों का कोई सहारा नहीं बनता तो उदों वो जी पेनशन आ रही होंगी बहुत वड्डा सहारा होंदा वा। तो कहते वो की होंदी है सिक्योरिटी होंदी है वर्कर के लिए। वैलफेयर सर्विसेज, वैलफेयर लाइक कैंटीन दी दे रही है, कैफेटेरिया दी, रिक्रिएशनल या डिस्काउंट वगैरह दे रही है। रिक्रिएशन होंदा इंजॉयमेंट। फिर पार्टिसिपेशन इन मैनेजमेंट, मैनेजमेंट दे आप पार्टिसिपेशन करना। सम मैनेजमेंट एसोसीएट द सीनियर वर्कर इन द मैनेजमेंट ऑफ द ऑर्गेनाइजेशन। फिर डेलीगेशन ऑफ अथॉरिटी, आप अधिकार वंडते ने आ सारिया चीज़ां। फिर रिकोगनाइजेशन एंड एप्रीसीएशन, मान सन्मान सब तो ज़्यादा जरूरी होंदा कहते वर्कर्स का, जिहदे नाल वर्कर्स का की इनक्रीज़ होंदा मोरल, प्रोडक्टिविटी भी इनक्रीज़ होंदी है। देखो लीव विद वेजिज कदों प्रोवाइड देने कहते वर्कर्स उदों मोटिवेट ज़्यादा होंगे है जो देखो छुट्टी तो है। छुट्टी भी कदों तो है जो उन्होंने बहुत एमरजेंसी है लाइक इलनेस है या कोई वैसे अर्जेंटली का मतलब बहुत ज़्यादा जरूरी उस टाइम के उपर वो आप कोई भी वेजिस नहीं कट किए गए। लीव उन्हें छुट्टियां लईयां बट वेजिस कोई नहीं कट किए तो उन्हें काफ़ी रिलैक्सेशन मिलती है। द प्रोविजन ऑफ लीव विद वेजिस प्रोवाइड द इकनॉमिक सिक्योरिटी टू द वर्कर ड्यूरिंग द डेज ऑफ इलनेस। द वूमेन वर्कर आर ग्रांटेड मैटरनिटी लीव विद वेजिज तो ये कहते अपना काफ़ी ज़्यादा इनक्रीज़ होंदा वा। फिर मैडिकल फैसिलिटीज़ अगर उन्होंने काम करते वक्त किस तरह की कोई प्रॉब्लम है या वैसे कोई साउंड हैल्थ में लैके मतलब आपको चाहिए तो वो आप कहते हॉस्पिटल कंपनसेशन फॉर डिसेबिलिटी वो सारिया चीज़ा। अदर इंसेंटिव किहड़े होंदे ने प्रमोशन के चांसिस ट्रांसपोर्टेशन करते नहीं। ट्रांसपोर्टेशन अपने को वध तो वध जिन्नी ज़्यादा होंदी आप कर सकते हैं। फिर उन्होंने घर की फैसिलिटी प्रोवाइड करनी है स्पोर्ट्स वगैरह इंटरटेनमेंट तो कम्यूनिटी सेंटर्स ये सारिया चीज़ां बना के देनियां। देखो ने अपने को फाइनैंशियल है तो नॉन फाइनैंशियल तुम इस तरीके एज अ एक चार्ट बना सकते हो। नैक्सट अपने को जो टॉपिक है वो की अपने को इंपॉर्टेंस ऑफ मोटिवेशन। इंपॉर्टेंस के अपने को फस्ट की एक अपनी कोर ऑफ मैनेजमेंट होंगी है मेन अपने को पॉइंट है। अगर मोटिवेशन ही नहीं ऑर्गेनाइजेशन के दैन वो कहते कभी भी कोई ऑर्गेनाइजेशन प्रॉपर रन नहीं कर सकता तो वो मोटिवेशन की बहुत ज़्यादा लोड़ पैंदी है। फस्ट अपने को की है डायरैक्शन। डायरैक्शन मतलब गाइडेंस, वट इज़ डन, वट इज़ टू बी डन, हाउ इट इज़ टू बी डन, ये सारी चीज़ां किद्दां करनी किवें करनी की करना ये सारा कहते अपन डायरैक्शन ना पता लग जाता। बहुत इंपॉर्टेंट पार्ट है, वाइटल होंदा मेन पार्ट। तो डायरैक्शन वो कहते आपां एक्शनस नूं ड्रॉ करन दे विच, इनीशिएटिंग करन दे विच
ਇਹਨਾਂ ਸਾਰਿਆਂ ਦੇ ਵਿੱਚ ਆਪਣੀ ਬਹੁਤ ਜ਼ਿਆਦਾ ਹੈਲਪ ਕਰਦਾ। ਸੈਕਿੰਡ ਆਪਣੇ ਕੋਲ ਕੀ ਆਉਂਦਾ ਵਾ, ਇਨਕਰੀਜ਼ ਇਨ ਐਫੀਸ਼ੀਐਂਸੀ। ਐਫੀਸ਼ੀਐਂਸੀ ਕੀ ਹੁੰਦਾ, ਪ੍ਰੋਡਕਟਿਵਿਟੀ। ਪ੍ਰੋਡਕਟਿਵਿਟੀ ਨੂੰ ਆਪਾਂ ਕਿਸ ਤਰੀਕੇ ਨਾਲ ਵਧਾ ਸਕਦੇ ਹਾਂ, ਤਾਂ ਮੋਟੀਵੇਸ਼ਨ ਆਪਣਾ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਵਾ। ਅਗਰ ਆਪਾਂ ਬੈਸਟ ਪਰਫੋਰਮੈਂਸ ਦਾ ਗੈਪ ਬਿਟਵੀਨ ਅਬਿਲਿਟੀ ਐਂਡ ਵਿਲਿੰਗਨੈਸ ਹੈਜ਼ ਟੂ ਬੀ ਫਿਲਡ। ਅਲੱਗ-ਅਲੱਗ ਐਟੀਟਿਊਡ ਹੁੰਦਾ ਵਰਕਰਸ ਦੇ ਵਿੱਚ, ਤਾਂ ਕਹਿੰਦਾ ਮੋਟੀਵੇਟਡ ਵਰਕਰ ਪੁੱਟ ਇਨ ਮੈਕਸੀਮਮ ਐਫਰਟ ਟੂ ਪਰਫੋਰਮ ਦਾ ਸਾਈਨ ਡਿਊਟੀ ਡਿਲੀਜੈਂਟਲੀ। ਜਿਹੜੀਆਂ ਉਹਨੂੰ ਦਿੱਤੀਆਂ ਗਈਆਂ ਉਹ ਵਧੀਆ ਤਰੀਕੇ ਨਾਲ ਕਰੇ, ਤਾਂ ਉਹਦੇ ਨਾਲ ਉਹਦੀ ਸਕਿੱਲ ਨੌਲੇਜ ਹੀ ਸਾਰਾ ਕੁਛ ਇੰਪਰੂਵ ਹੁੰਦਾ। ਫਿਰ ਇੰਸ਼ੋਰ ਲੋਇਲ ਵਰਕਫੋਰਸ। ਲੋਇਲ ਮਤਲਬ ਕਹਿੰਦੇ ਆਪਾਂ ਸੇਫਟੀ ਦਿਵਾਉਣੀ ਆ। ਜਿਹੜਾ ਇੰਪੋਰਟੈਂਟ ਪੁਆਇੰਟ ਇਹਦੇ ਵਿੱਚ ਫਰੋਮ ਦਾ ਪੁਆਇੰਟ ਆਫ ਇਹਦੇ ਵਿੱਚ ਕੀ ਹੈ, ਰੈਪੂਟੇਸ਼ਨ ਐਂਡ ਗੁੱਡਵਿਲ ਮੇਨ ਇਹ ਹੁੰਦੀ ਹੈ। ਇਹ ਕਦੋਂ ਇਨਕਰੀਜ਼ ਹੁੰਦੀ ਹੈ, ਜਦੋਂ ਇੱਕ ਆਰਗੇਨਾਈਜੇਸ਼ਨ ਨੂੰ ਵੱਧ ਪ੍ਰੋਫਿਟ ਹੁੰਦਾ, ਠੀਕ ਹੈ, ਉਹਦਾ ਨੇਮ ਫੇਮ ਆਪਣੇ ਆਪ ਬਣਨ ਲੱਗ ਜਾਂਦਾ। ਤਾਂ ਕਹਿੰਦੇ ਇੱਥੇ ਫਿਰ ਆਪਾਂ ਨੂੰ ਇਹ ਵੀ ਚੀਜ਼ ਪ੍ਰੋਵਾਈਡ ਕਰਦੇ ਆ। ਮੋਟੀਵੇਸ਼ਨ ਦਸ ਰਿਡਿਊਸ ਇੰਪਲੋਈ ਟਰਨਓਵਰ, ਮਤਲਬ ਸੇਲਸ ਘੱਟ ਹੈ, ਰਿਡਿਊਸ ਦਾ ਨੀਡ ਆਫ ਕਾਂਸਟੈਂਟ ਇੰਡਕਸ਼ਨ ਆਫ ਨਿਊ ਇੰਪਲੋਈਜ਼। ਫਿਰ ਦੇਖੋ ਅਗਰ ਉਹਨਾਂ ਨੂੰ ਆਪਾਂ ਟਾਈਮ ਟੂ ਟਾਈਮ ਇਨਸੈਂਟਿਵ ਪ੍ਰੋਵਾਈਡ ਕਰਦੇ ਪਏ ਹਾਂ, ਕੰਮ ਵੀ ਵਧੀਆ ਤਰੀਕੇ ਦਾ ਵਾ, ਫਿਰ ਕੋਈ ਜਲਦੀ ਐਬਸੈਂਟ ਨਹੀਂ ਹੁੰਦਾ, ਤਾਂ ਇਹਦੇ ਵਿੱਚ ਘਟਣ ਲੱਗ ਜਾਂਦੇ ਐਬਸੈਂਟਿਜ਼ਮ। motivated employee don't want to absent frequently. In other words, motivated employees stay in organization more and non-motivated employee are careless for the organization goal. ਫਿਰ ਆਪਾਂ ਉਹਨਾਂ ਰਿਸੋਰਸਿਸ ਨੂੰ ਸਹੀ ਤਰੀਕੇ ਨਾਲ ਯੂਜ਼ ਕਰਨਾ ਤਾਂ ਕਿ ਆਪਣਾ ਜਿਹੜਾ ਮਟੀਰੀਅਲ ਉਹ ਘੱਟ ਤੋਂ ਘੱਟ ਹੋ ਸਕੇ। ਫਿਰ ਜੋ ਜਿੱਥੇ ਉਹ ਕੰਮ ਕਰਦੇ ਪਏ ਉਹਦਾ ਰਿਲੇਸ਼ਨ ਵਧੀਆ ਹੋਣਾ ਚਾਹੀਦਾ, ਇੰਡਸਟਰੀਅਲ ਰਿਲੇਸ਼ਨ, ਗੁੱਡ ਰਿਲੇਸ਼ਨ, ਤਾਂ ਕਿ ਆਪਾਂ ਕਿਸ ਤਰੀਕੇ ਦੀ ਕੋਈ ਗ੍ਰੀਵੀਅੰਸ ਹੈ, ਪ੍ਰੋਬਲਮ ਹੈ, ਉਹਨੂੰ ਸੋਲਵ ਕਰ ਸਕੀਏ। ਫਿਰ ਪਬਲਿਕ ਦੇ ਵਿੱਚ ਆਪਾਂ ਉਹਨਾਂ ਦੀ ਇਮੇਜ ਕੀ ਕਰ ਸਕੀਏ, ਵਧੀਆ। ਪਹਿਲਾਂ ਹੀ ਆਪਾਂ ਗੱਲ ਕੀਤੀ ਸੀਗੀ ਕਿ ਪਬਲਿਕ ਇਮੇਜ ਮੀਨਸ ਗੁੱਡਵਿਲ ਇਨ ਦਾ ਆਈਜ਼ ਆਫ ਸੁਸਾਇਟੀ। ਫਿਰ ਸੁਪਰਵਿਜ਼ਨ ਦੀ ਘੱਟ ਲੋੜ ਪੈਂਦੀ ਹੈ, ਠੀਕ ਹੈ। ਫਿਰ ਪ੍ਰੋਡਕਟਿਵਿਟੀ ਆਪਣੀ ਕਾਫੀ ਜ਼ਿਆਦਾ ਵੱਧ ਜਾਂਦੀ ਜਦੋਂ ਵਰਕਰਸ ਵੱਧ ਤੋਂ ਵੱਧ ਐਫਰਟਸ ਕਰਦਾ ਵਾ। ਅਤੇ ਰੀਡੀਨੈਸ ਟੂ ਚੇਂਜ, ਕਹਿੰਦੇ ਅਗਰ ਆਪਾਂ ਨੂੰ ਲੱਗਦਾ ਕਿ ਕਿਸੇ ਤਰੀਕੇ ਦੀ ਕੋਈ ਚੇਂਜ ਲੈ ਕੇ ਆਉਣਾ ਤਾਂ ਆਰਗੇਨਾਈਜੇਸ਼ਨ ਦੇ ਵਿੱਚ ਆਪਾਂ ਉਹ ਵੀ ਲੈ ਕੇ ਆ ਸਕਦੇ ਹਾਂ। ਨੈਕਸਟ ਆਪਣੇ ਕੋਲ ਹੈ ਡਿਫਰੈਂਸ ਬਿਟਵੀਨ ਫਾਈਨੈਂਸ਼ੀਅਲ ਐਂਡ ਨਾਨ ਫਾਈਨੈਂਸ਼ੀਅਲ। ਹੁਣ ਦੇਖੋ ਫਸਟ ਫਾਈਨੈਂਸ਼ੀਅਲ ਦੇ ਵਿੱਚ ਮੋਡ ਹੁੰਦਾ ਵੇ। ਇਹ ਕਿਹੜਾ ਵੇ ਹੈ, ਫਾਈਨੈਂਸ ਮਨੀ ਦੀ ਗੱਲ ਹੋ ਰਹੀ ਹੈ, ਪੇਮੈਂਟ, ਇਹ ਨਾਨ ਪੇਮੈਂਟ, ਬਿਨਾਂ ਪੇਮੈਂਟ ਤੋਂ ਆਉਂਦਾ, ਠੀਕ ਹੈ। ਮੈਜ਼ਰਮੈਂਟ, ਇਹਨੂੰ ਮੈਜ਼ਰ ਕਿੱਦਾਂ ਕਰਦੇ ਹੈ, ਇਹ ਆਪਾਂ ਨੂੰ ਦਿਖ ਰਿਹਾ, ਵਿਜ਼ੀਬਲ ਹੈ, ਮਨੀ ਦੇ ਰਹੇ ਨਾ ਆਪਾਂ, ਉਹ ਦਿਖਦੀ ਹੈ, ਬਟ ਜੋ ਸਰਵਿਸਿਜ਼ ਦੇ ਰਹੀ ਹੈ ਉਹ ਮੈਜ਼ਰ ਨਹੀਂ ਕੀਤੀਆਂ ਜਾ ਸਕਦੀਆਂ। ਤਾਂ ਇਨ ਨਾਨ ਟੈਂਜੀਬਲ ਹੈ, ਜਿਹਨੂੰ ਆਪਾਂ ਸਿਰਫ ਫੀਲ ਕਰ ਸਕਦੇ ਹਾਂ ਕਿ ਕਿਹੜੀਆਂ ਸਰਵਿਸਿਜ਼ ਉਹਨੂੰ ਮਿਲ ਰਹੀਆਂ। ਸੈਟਿਸਫੈਕਸ਼ਨ, ਫਾਈਨੈਂਸ਼ੀਅਲ ਉਹ ਕਹਿੰਦੇ ਆਪਣੀਆਂ ਫੂਡ, ਸ਼ੈਲਟਰ, ਕਲੋਥ, ਇਹ ਵਾਲੀਆਂ ਜਿਹੜੀਆਂ ਉਹਦੇ ਲੋਅਰ ਲੈਵਲ ਨੀਡ ਹੁੰਦੀਆਂ, ਬਟ ਨਾਨ ਫਾਈਨੈਂਸ਼ੀਅਲ ਹਾਇਰ ਲੈਵਲ ਨੀਡ। ਹਾਇਰ ਮੀਨਸ ਜਿਹੜੀ ਉਹਦੀ ਮੇਨ ਸਟੀਮ ਨੀਡ ਕਿਹੜੀ ਹੁੰਦੀ ਹੈ, ਈਗੋ ਨੀਡ, ਉਹਨੂੰ ਸਭ ਤੋਂ ਜ਼ਿਆਦਾ ਉਹ ਕਰਦਾ ਵਾ ਡਿਟਰਮਾਈਨ। ਇਹਦਾ ਜੋਬ ਇਵੈਲੂਏਟ ਕਰਨਾ, ਰਹਿਣ ਸਹਿਣ ਦਾ ਲੈਵਲ, ਬਟ ਇਹ ਨੇਚਰ ਆਫ ਜੋਬ ਕਿੱਦਾਂ ਦਾ, ਉਹਨਾਂ ਦਾ ਐਟੀਟਿਊਡ ਕਿੱਦਾਂ ਦਾ, ਬਿਹੇਵੀਅਰ। ਮੋਟੀਵੇਸ਼ਨ ਜਿਹੜਾ ਇਹ ਹੈ ਜਨਰਲੀ ਮੋਟੀਵੇਟ ਨਾਨ ਮੈਨੇਜੀਰੀਅਲ ਸਟਾਫ ਤੋਂ ਵੀ ਹੁੰਦੇ ਰਹਿੰਦੇ, ਕਿਹੜੇ ਤੋਂ ਹੁੰਦੇ ਆ, ਮੈਨੇਜੀਰੀਅਲ। ਟਾਈਪਸ ਆਫ ਇਨਸੈਂਟਿਵ, ਵੇਜਿਸ, ਬੋਨਸ ਪ੍ਰੋਵਾਈਡ ਕਰਦੇ, ਰੈਕੋਗਨਾਈਜੇਸ਼ਨ, ਸਟੈਟਸ, ਜੋਬ ਇਨਰਿਚਮੈਂਟ, ਇਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਦੇ ਆ, ਪ੍ਰਮੋਸ਼ਨਸ ਵਗੈਰਾ।